ਪਿਆਰੇ ਵਿਦਿਆਰਥੀਓ, ਅੱਜ ਅਸੀਂ 8ਵੀਂ ਜਮਾਤ ਦੇ ਕੁਦਰਤੀ ਸਾਧਨ ਪਾਠ ਬਾਰੇ ਜਾਣਕਾਰੀ ਹਾਸਲ ਕਰਾਂਗੇ। ਬੇਟਾ, ਤੁਹਾਨੂੰ ਕੁਦਰਤੀ ਸਾਧਨਾਂ ਬਾਰੇ ਕਿੰਨੀ ਕੁ ਜਾਣਕਾਰੀ ਹੈ? ਪਹਿਲੇ ਆਪਾਂ ਇਸ ਦਾ ਪਤਾ ਕਰਦੇ ਹਾਂ। ਸਾਡਾ ਸਕੂਲ ਕਿੱਥੇ ਸਥਿਤ ਹੈ? ਤੁਸੀਂ ਕਹੋਗੇ ਜ਼ਮੀਨ ਤੇ, ਭੂਮੀ ਤੇ। ਅਸੀਂ ਫਸਲਾਂ ਕਿੱਥੇ ਉਗਾਉਂਦੇ ਹਾਂ? ਉਹ ਮਿੱਟੀ ਵਿੱਚ। ਅਸੀਂ ਪਿਆਸ ਕਿਸ ਚੀਜ਼ ਨਾਲ ਬੁਝਾਉਂਦੇ ਹਾਂ? ਪਾਣੀ ਨਾਲ। ਮਨੁੱਖ ਦੀ ਦਖਲ ਅੰਦਾਜ਼ੀ ਦੇ ਬਗੈਰ ਪੈਦਾ ਹੋਣ ਵਾਲੀ ਬਨਸਪਤੀ ਨੂੰ ਕੀ ਆਖਦੇ ਹਾਂ? ਕੁਦਰਤੀ ਬਨਸਪਤੀ। ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥਾਂ ਨੂੰ ਕੀ ਆਖਦੇ ਹਨ? ਖਣਿਜ ਪਦਾਰਥ। ਇਹਨਾਂ ਸਾਧਨਾਂ ਬਾਰੇ ਆਪਾਂ ਹੁਣ ਥੋੜਾ ਧਿਆਨ ਨਾਲ ਪੜ੍ਹਦੇ ਹਾਂ। ਸਭ ਤੋਂ ਪਹਿਲੀ ਗੱਲ, ਕੁਦਰਤੀ ਸਾਧਨ ਕੀ ਹੁੰਦੇ ਹਨ? ਕੁਦਰਤੀ ਖਜ਼ਾਨੇ ਜਿਵੇਂ ਭੂਮੀ, ਮਿੱਟੀ, ਪਾਣੀ, ਬਨਸਪਤੀ ਅਤੇ ਖਣਿਜ ਪਦਾਰਥ ਜੋ ਸਾਨੂੰ ਕੁਦਰਤ ਵੱਲੋਂ ਮੁਫਤ ਵਿੱਚ ਮਿਲ ਰਹੇ ਹਨ ਨੂੰ ਕੁਦਰਤੀ ਸਾਧਨਾਂ ਦਾ ਨਾਮ ਦਿੱਤਾ ਜਾਂਦਾ ਹੈ। ਬੇਟਾ ਧਿਆਨ ਨਾਲ ਇੱਕ ਵਾਰ ਸਾਰੀਆਂ ਚੀਜ਼ਾਂ ਦੇਖ ਲਵੋ। ਕੁਦਰਤੀ ਖਜ਼ਾਨੇ ਜਿਵੇਂ ਭੂਮੀ, ਮਿੱਟੀ, ਪਾਣੀ, ਵਨਸਪਤੀ ਅਤੇ ਖਣਿਜ ਪਦਾਰਥ ਜੋ ਸਾਨੂੰ ਕੁਦਰਤ ਵੱਲੋਂ ਮੁਫਤ ਵਿੱਚ ਮਿਲ ਰਹੇ ਹਨ ਨੂੰ ਅਸੀਂ ਕੁਦਰਤੀ ਸਾਧਨ ਦਾ ਨਾਮ ਦਿੰਦੇ ਹਾਂ। ਇਹ ਸਾਧਨ ਕਿਸੇ ਦੇਸ਼ ਦੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਹ ਸਾਧਨ ਕਿਸੇ ਦੇਸ਼ ਦੀ ਤਾਕਤ ਅਤੇ ਖੁਸ਼ਹਾਲੀ ਦਾ ਆਧਾਰ ਮੰਨੇ ਜਾਂਦੇ ਹਨ। ਕੁਦਰਤੀ ਸਾਧਨਾਂ ਦੀਆਂ ਕਿਸਮਾਂ ਵਿਦਿਆਰਥੀਓ, ਸਭ ਤੋਂ ਪਹਿਲੇ ਭੂਮੀ ਸਾਧਨ, ਮਿੱਟੀ ਸਾਧਨ, ਪਾਣੀ ਸਾਧਨ, ਕੁਦਰਤੀ ਬਨਸਪਤੀ, ਜੰਗਲੀ ਜੀਵ, ਖਣਿਜ ਅਤੇ ਸ਼ਕਤੀ ਸਾਧਨ। ਬੇਟਾ ਸਾਧਨਾਂ ਦੇ ਨਾਮ ਧਿਆਨ ਨਾਲ ਦੇਖ ਲਓ। ਕੁਦਰਤੀ ਸਾਧਨ ਆਪਾਂ ਕਿਹਨਾਂ ਨੂੰ ਕਹਿੰਦੇ ਹਾਂ? ਭੂਮੀ ਸਾਧਨ ਨੂੰ, ਮਿੱਟੀ ਸਾਧਨ, ਪਾਣੀ ਸਾਧਨ, ਕੁਦਰਤੀ ਬਨਸਪਤੀ, ਜੰਗਲੀ ਜੀਵ, ਖਣਿਜ ਅਤੇ ਸ਼ਕਤੀ ਸਾਧਨ। ਸਭ ਤੋਂ ਪਹਿਲਾਂ ਬੇਟਾ ਅਸੀਂ ਥੋੜਾ ਜਿਹਾ ਭੂਮੀ ਸਾਧਨ ਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਮਨੁੱਖ ਆਪਣੀਆਂ ਲੋੜਾਂ ਵਾਸਤੇ ਭੂਮੀ ਨੂੰ ਵਰਤਦਾ ਆ ਰਿਹਾ ਹੈ। ਇਸ ਦੀ ਵਰਤੋਂ ਆਦਮੀ ਦੇ ਜੀਵਨ ਵਿੱਚ ਵੱਡਮੁੱਲਾ ਸਥਾਨ ਰੱਖਦੀ ਹੈ। ਇਨਸਾਨ ਇਸ ਭੂਮੀ ਤੇ ਹੀ ਰਹਿੰਦਾ ਹੈ ਅਤੇ ਆਪਣੀਆਂ ਹੋਰ ਸਾਰੀਆਂ ਕਿਰਿਆਵਾਂ ਕਰਦਾ ਹੈ। ਆਦਮੀ ਆਪਣੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਲਈ ਭੂਮੀ ਤੇ ਹੀ ਨਿਰਭਰ ਕਰਦਾ ਹੈ। ਸੰਸਾਰ ਵਿੱਚ ਸਾਰੀ ਧਰਤੀ ਦਾ ਲਗਭਗ 29% ਹਿੱਸਾ ਭੂਮੀ ਦਾ ਅਤੇ 71% ਹਿੱਸਾ ਪਾਣੀ ਦਾ ਹੈ। ਇਹ 29% ਭੂਮੀ ਅੱਗੇ ਕਈ ਧਰਾਤਲੀ ਭਾਗ ਜਿਵੇਂ ਪਹਾੜ, ਪਠਾਰ, ਮੈਦਾਨ ਆਦਿ ਵਿੱਚ ਵੰਡੀ ਹੋਈ ਹੈ। ਸੰਸਾਰ ਦੇ ਪਰਬਤੀ ਭਾਗ ਮਨੁੱਖ ਦੇ ਰਹਿਣ ਵਾਸਤੇ ਜ਼ਿਆਦਾ ਢੁਕਵੇਂ ਨਹੀਂ ਹਨ। ਮੈਦਾਨਾਂ ਵਿੱਚ ਬਹੁਤ ਸੰਘਣੀ ਆਬਾਦੀ ਮਿਲਦੀ ਹੈ ਕਿਉਂਕਿ ਇੱਥੇ ਮਨੁੱਖ ਨੂੰ ਲੋੜੀਂਦੀਆਂ ਲਗਭਗ ਸਾਰੀਆਂ ਸਹੂਲਤਾਂ ਪ੍ਰਾਪਤ ਹੋ ਸਕਦੀਆਂ ਹਨ। ਜਿਵੇਂ ਬੇਟਾ ਅਸੀਂ ਪੰਜਾਬ ਵਿੱਚ ਮੈਦਾਨੀ ਇਲਾਕਿਆਂ ਵਿੱਚ ਰਹਿੰਦੇ ਹਾਂ। ਇੱਥੇ ਜ਼ਮੀਨ ਪੱਧਰੀ ਅਤੇ ਸਮਤਲ ਹੈ। ਸਾਨੂੰ ਕਿਸੇ ਕੰਮ ਨੂੰ ਸ਼ੁਰੂ ਕਰਨ ਲਈ ਜਾਂ ਕਿਸੇ ਕੰਮ ਨੂੰ ਅੱਗੇ ਚਲਾਉਣ ਲਈ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਪਹਾੜ ਦੇ ਲੋਕਾਂ ਦੇ ਮੁਕਾਬਲੇ ਜਾਂ ਪਠਾਰ ਦੇ ਸਖਤ ਜ਼ਮੀਨ ਦੇ ਮੁਕਾਬਲੇ।
ਇਸ ਭੂਮੀ ਸਾਧਨ ਵਿੱਚ ਭਾਰਤ ਦੇ ਖੇਤਰਫਲ ਵਿੱਚੋਂ 30% ਪਹਾੜੀ ਆ, 27% ਹਿੱਸਾ ਪਠਾਰੀ ਆ ਅਤੇ 43% ਹਿੱਸਾ ਮੈਦਾਨ ਦਾ ਹੈ। ਤੇ ਭਾਰਤ ਦਾ ਕੁੱਲ ਖੇਤਰਫਲ 32,87,782 ਵਰਗ ਕਿਲੋਮੀਟਰ ਹੈ। ਵਿਦਿਆਰਥੀਓ ਯਾਦ ਰੱਖਿਓ, ਭਾਰਤ ਦਾ ਲਗਭਗ 30% ਹਿੱਸਾ ਪਹਾੜੀ ਆ। ਜਿਵੇਂ ਪਹਾੜੀ ਹਿੱਸਾ ਯਾਦ ਰੱਖਣ ਵਾਸਤੇ ਅਸੀਂ ਅੱਖਰ ਪਰਬਤੀ ਵਰਤਦੇ ਹਾਂ। ਪਰਬਤੀ 30 ਦਾ ਮਤਲਬ 30%। ਤੁਸੀਂ ਇਹਨੂੰ ਯਾਦ ਰੱਖਣਾ ਹੈ। ਭਾਰਤ ਦੀ ਧਰਤੀ ਦੀ ਵੱਖ-ਵੱਖ ਥਾਂ ਤੇ ਵਰਤੋਂ ਵੱਖ-ਵੱਖ ਮਾਤਰਾ ਵਿੱਚ ਹੁੰਦੀ ਹੈ। ਆਪਾਂ ਇਸ ਡਾਇਗਰਾਮ ਨੂੰ ਧਿਆਨ ਨਾਲ ਦੇਖੀਏ। ਬਿਜਾਈ ਹੇਠ ਭੂਮੀ ਦਾ ਰਕਬਾ ਦਿਖਾਇਆ ਗਿਆ ਹੈਗਾ, ਜਿਹੜਾ ਆਪਣੇ ਕੋਲ 46% ਹੈਗਾ ਆ। ਜੰਗਲਾਂ ਹੇਠ ਭੂਮੀ ਆਪਣੇ ਕੋਲ 23% ਹੈਗੀ ਆ। ਗੈਰ ਖੇਤੀ ਭੂਮੀ 14%, ਦਰਗਾਹ ਅਤੇ ਦਰਖਤਾਂ ਹੇਠ ਭੂਮੀ 4%, ਚਰਾਗਾਹਾਂ ਅਤੇ ਦਰਖਤਾਂ ਹੇਠ ਭੂਮੀ 4%, ਖੇਤੀਯੋਗ ਪਰੰਤੂ ਵਿਅਰਥ ਪਈ ਹੋਈ 5% ਅਤੇ ਵਿਅਰਥ ਭੂਮੀ ਜਿਹੜੀ ਸਾਡੀ ਕਿਸੇ ਕੰਮ ਨਹੀਂ ਆ ਰਹੀ, ਉਹ 8% ਹੈ। ਬੇਟਾ ਮਿੱਟੀ ਸਾਧਨ ਬਾਰੇ ਹੋਰ ਜਾਣਕਾਰੀ ਜੇ ਹਾਸਲ ਕਰਦੇ ਹਾਂ ਤੇ ਮਿੱਟੀ ਪੌਦਿਆਂ ਦੇ ਉੱਗਣ ਅਤੇ ਵਾਧੇ ਵਾਸਤੇ ਬਹੁਤ ਹੀ ਮਹੱਤਵਪੂਰਨ ਤੱਤ ਹੈ। ਜਿਵੇਂ ਅਸੀਂ ਆਪਣੇ ਪਿੰਡਾਂ ਵਿੱਚ ਵੇਖਦੇ ਹਾਂ, ਫਸਲਾਂ ਦੀ ਬਿਜਾਈ ਇਹਨਾਂ ਮਿੱਟੀ ਵਿੱਚ ਹੀ ਹੁੰਦੀ ਹੈ। ਇਸ ਮਿੱਟੀ ਦੇ ਉੱਪਰਲੇ ਤੱਤ ਜਿਹੜੇ ਇਸ ਨੂੰ ਉਪਜਾਊ ਸ਼ਕਤੀ ਪ੍ਰਦਾਨ ਕਰਦੇ ਹਨ, ਉਹਨਾਂ ਵਿੱਚ ਹੀ ਫਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ। ਪੌਦਿਆਂ ਦੇ ਉੱਗਣ ਅਤੇ ਵਾਧੇ ਵਾਸਤੇ ਮਿੱਟੀ ਇੱਕ ਬਹੁਤ ਹੀ ਮਹੱਤਵਪੂਰਨ ਤੱਤ ਹੈ। ਇਹ ਇੱਕ ਨਾਵਿਓਨਯੋਗ ਅਤੇ ਅਜੈਵਿਕ ਸਾਧਨ ਹੈ, ਜਿਸ ਨੂੰ ਰੂੜੀ ਅਤੇ ਖਾਦਾਂ ਦੁਆਰਾ ਤਾਕਤਵਰ ਬਣਾਇਆ ਜਾ ਸਕਦਾ ਹੈ। ਭਾਵ ਮਿੱਟੀ ਨੂੰ ਅਸੀਂ ਉਪਜਾਊ ਬਣਾਉਣ ਲਈ ਖਾਦਾਂ ਦੀ ਵਰਤੋਂ ਕਰ ਸਕਦੇ ਹਾਂ। ਭਾਰਤ ਵਿੱਚ ਮਿੱਟੀ ਦੀਆਂ ਵੱਖ-ਵੱਖ ਥਾਂ ਤੇ ਵੱਖ-ਵੱਖ ਕਿਸਮਾਂ ਮਿਲਦੀਆਂ ਹਨ। ਭਾਰਤ ਵਿੱਚ 1 ਨੰਬਰ ਤੇ ਪਰਬਤੀ ਮਿੱਟੀ, ਨਕਸ਼ੇ ਵਿੱਚ ਜਿਹੜੇ ਨੰਬਰ ਲਿਖੇ ਹੋਏ ਆ ਉਹਨਾਂ ਦੇ ਆਧਾਰ ਤੇ 1 ਨੰਬਰ ਤੇ ਪਰਬਤੀ ਮਿੱਟੀ, 2 ਨੰਬਰ ਤੇ ਜਲੋੜ ਮਿੱਟੀ, 3 ਨੰਬਰ ਤੇ ਮਾਰੂਥਲੀ ਮਿੱਟੀ, 4 ਨੰਬਰ ਤੇ ਸਾਡੇ ਕੋਲ ਵਿਦਿਆਰਥੀਓ ਕਾਲੀ ਮਿੱਟੀ, 5 ਨੰਬਰ ਤੇ ਲਾਲ ਮਿੱਟੀ ਮਿਲਦੀ ਹੈ। ਇਸ ਤੋਂ ਇਲਾਵਾ ਜਿਹੜੇ ਕਾਲੇ ਸਪੌਟ ਤੁਸੀਂ ਵਿੱਚ ਦੇਖ ਰਹੇ ਹੋ, ਇਹ ਲੈਟਰਾਈਟ ਮਿੱਟੀ ਦੇ ਹਨ। ਬੇਟਾ ਧਿਆਨ ਨਾਲ ਦੇਖ ਲਓ। ਸਭ ਤੋਂ ਪਹਿਲੇ ਪਰਬਤੀ ਮਿੱਟੀ ਦੀ ਗੱਲ ਕਰਦੇ ਹਾਂ। ਜੰਗਲਾਂ ਅਤੇ ਪਰਬਤੀ ਢਲਾਨਾਂ, ਪੂਰਬੀ ਅਤੇ ਪੱਛਮੀ ਘਾਟ, ਜੈਵਿਕ ਮਾਦੇ ਦੀ ਬਹੁਤਾ ਹੁੰਦੀ ਆ। ਪੋਟਾਸ਼, ਫਾਸਫੋਰਸ ਅਤੇ ਚੂਨੇ ਦੀ ਕਮੀ ਹੁੰਦੀ ਆ। ਫਸਲਾਂ ਪੈਦਾ ਕਰਨ ਲਈ ਖਾਦਾਂ ਦੀ ਜ਼ਰੂਰਤ ਹੁੰਦੀ ਆ। ਪਰਬਤੀ ਮਿੱਟੀ ਜਿਹੜੀ ਪੁੱਤਰ ਜੀ ਪਰਬਤਾਂ ਵਿੱਚ, ਪਹਾੜਾਂ ਵਿੱਚ ਮਿਲਦੀ ਆ, ਉਹ ਜੰਗਲਾਂ ਅਤੇ ਪਰਬਤਾਂ ਦੀ ਢਲਾਨਾਂ ਦੇ ਉੱਪਰ ਹੁੰਦੀ ਹੈਗੀ ਆ। ਭਾਰਤ ਦੇ ਵਿੱਚ ਪੂਰਬੀ ਘਾਟ ਅਤੇ ਪੱਛਮੀ ਘਾਟ ਦੇ ਢਲਾਨਾਂ ਤੇ ਮਿਲਦੀ ਆ। ਇਹਦੇ ਵਿੱਚ ਜੈਵਿਕ ਮਾਦੇ ਦੀ ਬਹੁਤਾਤ ਹੁੰਦੀ ਆ, ਕਿਉਂਕਿ ਇੱਥੇ ਵਨਸਪਤੀ ਜ਼ਿਆਦਾ ਹੁੰਦੀ ਆ ਤੇ ਉਹ ਗਲਣ ਸੜਨ ਤੋਂ ਬਾਅਦ ਇਸ ਮਿੱਟੀ ਵਿੱਚ ਜੈਵਿਕ ਮਾਦੇ ਵਿੱਚ ਵਾਧਾ ਕਰ ਦਿੰਦੀ ਆ। ਪੋਟਾਸ਼, ਫਾਸਫੋਰਸ ਅਤੇ ਚੂਨੇ ਦੀ ਇਸ ਦੇ ਵਿੱਚ ਕਮੀ ਹੁੰਦੀ ਆ ਤੇ ਫਸਲਾਂ ਪੈਦਾ ਕਰਨ ਲਈ ਖਾਦਾਂ ਦੀ ਜ਼ਰੂਰਤ ਪੈਂਦੀ ਹੈ। ਦੂਸਰੀ ਮਿੱਟੀ ਬੱਚਿਓ ਜਲੋੜ ਮਿੱਟੀ।
ਮੁੱਖ ਤੌਰ ਤੇ ਭਾਰਤ ਦੇ ਉੱਤਰੀ ਮੈਦਾਨਾਂ ਵਿੱਚ ਇਹ ਜਲੋੜ ਮਿੱਟੀ ਮਿਲਦੀ ਹੈ। ਉੱਤਰ ਦੇ ਮੈਦਾਨਾਂ ਵਿੱਚ ਇਹ ਮਿੱਟੀ ਨਦੀਆਂ ਦੁਆਰਾ ਰੋੜ ਕੇ ਲਿਆਂਦੀ ਗਈ ਗਾਦ ਦੇ ਵਿਛਾਉਣ ਨਾਲ ਬਣੀ ਹੋਈ ਹੈ। ਨਦੀਆਂ ਪਹਾੜਾਂ ਤੋਂ ਅਪਰਦਨ ਕਰਦੀਆਂ ਹੋਈਆਂ ਆਪਣੇ ਨਾਲ ਮਿੱਟੀ ਦੇ ਬਰੀਕ ਕਣ ਰੋੜ ਕੇ ਲਿਆਂਦੀਆਂ ਹਨ ਅਤੇ ਮੈਦਾਨਾਂ ਵਿੱਚ ਆ ਕੇ ਹੜ੍ਹ ਦੇ ਸਮੇਂ ਦੂਰ ਤੱਕ ਵਿਛਾ ਦਿੰਦੀਆਂ ਹਨ। ਇਹ ਜਲ ਦੁਆਰਾ ਰੋੜ ਕੇ ਲਿਆਂਦੀ ਮਿੱਟੀ ਨੂੰ ਜਲੋੜ ਮਿੱਟੀ ਕਹਿੰਦੇ ਹਨ। ਇਹ ਭਾਰਤ ਦੇ ਉੱਤਰੀ ਮੈਦਾਨਾਂ ਵਿੱਚ ਜ਼ਿਆਦਾਤਰ ਮਿਲਦੀ ਹੈ। ਕੁੱਲ ਖੇਤਰਫਲ ਦਾ ਲਗਭਗ 45% ਖੇਤੀਬਾੜੀ ਲਈ ਲਾਹੇਵੰਦ ਹੈ। ਸਿੰਧ, ਗੰਗਾ, ਬ੍ਰਹਮਪੁੱਤਰ ਦੁਆਰਾ ਇਸ ਦੀ ਸਿਰਜਣਾ ਕੀਤੀ ਗਈ ਹੈ ਅਤੇ ਨਵੀਂ ਮਿੱਟੀ ਵਿਛਾ ਕੇ ਇਸ ਨੂੰ ਉਪਜਾਊ ਬਣਾਉਂਦੀਆਂ ਰਹਿੰਦੀਆਂ ਹਨ। ਜਿਹੜੀ ਨਵੀਂ ਮਿੱਟੀ ਆ ਕੇ ਜਮ੍ਹਾਂ ਹੁੰਦੀ ਆ ਉਸ ਨੂੰ ਅਸੀਂ ਖਾਦਰ ਅਤੇ ਪੁਰਾਣੀ ਜੰਮੀ ਹੋਈ ਮਿੱਟੀ ਨੂੰ ਅਸੀਂ ਬਾਂਗਰ ਆਖਦੇ ਹਾਂ। ਇਸ ਤੋਂ ਬਾਅਦ ਵਿਦਿਆਰਥੀਓ ਆਪਣੇ ਕੋਲ ਮਾਰੂਥਲੀ ਮਿੱਟੀ ਹੈ। ਤੁਸੀਂ ਨਕਸ਼ੇ ਵਿੱਚ ਰਾਜਸਥਾਨ ਦੇ ਇਲਾਕੇ ਦੇ ਵਿੱਚ ਮਾਰੂਥਲੀ ਮਿੱਟੀ ਵੇਖੀ ਸੀ। ਇਹ ਆਮ ਤੌਰ ਤੇ ਰਾਜਸਥਾਨ, ਪੰਜਾਬ ਦੇ ਕੁਝ ਹਿੱਸੇ, ਹਰਿਆਣੇ ਦਾ ਕੁਝ ਇਲਾਕਾ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਮਿਲਦੀ ਹੈਗੀ ਹੈ। ਕੁੱਲ ਖੇਤਰਫਲ ਦਾ ਲਗਭਗ 4.3% ਮਿੱਟੀ ਦਾ ਇਸ ਮਾਰੂਥਲੀ ਮਿੱਟੀ ਨੇ ਘੇਰਿਆ ਹੋਇਆ ਹੈ। ਕਿਉਂਕਿ ਇਹ ਰੇਤਲੀ ਹੁੰਦੀ ਹੈ ਇਸ ਕਰਕੇ ਪਾਣੀ ਨੂੰ ਸਮਾਏ ਰੱਖਣ ਦੀ ਸਮਰੱਥਾ ਇਸ ਵਿੱਚ ਘੱਟ ਹੈ। ਇਸ ਵਿੱਚ ਜ਼ਿਆਦਾਤਰ ਫਸਲਾਂ ਜੌਂ, ਬਾਜਰਾ, ਮੱਕੀ ਅਤੇ ਦਾਲਾਂ ਦੀ ਪੈਦਾਵਾਰ ਹੁੰਦੀ ਹੈ। ਅਗਲੀ ਮਿੱਟੀ ਵਿਦਿਆਰਥੀਓ ਕਾਲੀ ਮਿੱਟੀ ਹੈ। ਕਾਲੀ ਮਿੱਟੀ मध्य प्रदेश, गुजरात, महाराष्ट्र, कर्नाटक, आंध्र प्रदेश ਅਤੇ ਤਮਿਲਨਾਡੂ ਦੇ ਖੇਤਰਾਂ ਵਿੱਚ ਜ਼ਿਆਦਾ ਮਿਲਦੀ ਹੈ ਅਤੇ ਇਸ ਨੇ ਕੁੱਲ ਖੇਤਰਫਲ ਦਾ 16.6% ਖੇਤਰ ਘੇਰਿਆ ਹੋਇਆ ਹੈ। ਕਪਾਹ ਲਈ ਬਹੁਤ ਢੁਕਵੀਂ ਮਿੱਟੀ ਹੈ ਵਿਦਿਆਰਥੀਓ, ਇਸ ਕਰਕੇ ਇਸ ਨੂੰ ਕਪਾਹੀ ਮਿੱਟੀ ਅਤੇ ਰੇਗਰ ਮਿੱਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ ਆਦਿ ਫਸਲਾਂ ਵੀ ਉਗਾਈਆਂ ਜਾਂਦੀਆਂ ਹਨ। ਵਿਦਿਆਰਥੀਓ ਲਾਲ ਮਿੱਟੀ ਦਾ ਖੇਤਰ ਭਾਰਤ ਵਿੱਚ ਰਾਜਸਥਾਨ ਵਿੱਚ, ਦੱਖਣ ਪੂਰਬ ਮਹਾਰਾਸ਼ਟਰ ਵਿੱਚ, ਮੱਧ ਪ੍ਰਦੇਸ਼ ਵਿੱਚ, ਆਂਧਰਾ ਪ੍ਰਦੇਸ਼, ਤਮਿਲਨਾਡੂ, ਉੜੀਸਾ, ਝਾਰਖੰਡ, ਬਿਹਾਰ, ਬੰਗਾਲ, ਅਸਮ, ਨਾਗਾਲੈਂਡ ਅਤੇ ਮਣੀਪੁਰ ਵਿੱਚ ਮਿਲਦਾ ਹੈ। ਕੁੱਲ ਖੇਤਰਫਲ ਦਾ 10% ਹਿੱਸਾ ਲਾਲ ਮਿੱਟੀ ਦੁਆਰਾ ਘੇਰਿਆ ਗਿਆ ਹੈ। ਇਸ ਮਿੱਟੀ ਵਿੱਚ ਚੂਨਾ, ਮੈਗਨੀਸ਼ੀਅਮ, ਫਾਸਫੇਟ ਅਤੇ ਜੈਵਿਕ ਤੱਤਾਂ ਦੀ ਕਮੀ ਹੁੰਦੀ ਹੈਗੀ ਹੈ ਅਤੇ ਇਸ ਵਿੱਚ ਕਣਕ, ਕਪਾਹ, ਦਾਲ, ਆਲੂ ਅਤੇ ਫਲਾਂ ਦੀ ਖੇਤੀ ਕੀਤੀ ਜਾਂਦੀ ਹੈ, ਜਿਹੜੀ ਇਸ ਮਿੱਟੀ ਵਿੱਚ ਇਹਨਾਂ ਫਸਲਾਂ ਵਾਸਤੇ ਲਾਹੇਵੰਦ ਹੈਗੀ ਹੈ। ਵਿਦਿਆਰਥੀਓ ਲੈਟਰਾਈਟ ਮਿੱਟੀ ਮੁੱਖ ਤੌਰ ਤੇ ਪੂਰਬੀ ਤੇ ਪੱਛਮੀ ਘਾਟਾਂ ਦੇ ਵਿੱਚ, ਰਾਜ ਮਹਿਲ ਦੀਆਂ ਪਹਾੜੀਆਂ ਵਿੱਚ, ਵਿੰਧਿਆਚਲ, ਸਤਪੁੜਾ ਅਤੇ ਮਾਲਵਾ ਦੇ ਪਠਾਰ ਵਿੱਚ, ਮਹਾਰਾਸ਼ਟਰ, ਕਰਨਾਟਕ, ਆਂਧਰਾ ਪ੍ਰਦੇਸ਼, ਕੇਰਲ, ਝਾਰਖੰਡ ਅਤੇ ਅਸਾਮ ਦੇ ਹਿੱਸਿਆਂ ਵਿੱਚ ਦੇਖਣ ਨੂੰ ਮਿਲਦੀ ਹੈ। ਭਾਰਤ ਦੀ ਕੁੱਲ ਧਰਤੀ ਦਾ 7.5% ਖੇਤਰਫਲ
ਲੈਟਰਾਈਟ ਮਿੱਟੀ ਨੇ ਮੱਲਿਆ ਹੈ। ਇਸ ਵਿੱਚ ਆਇਰਨ, ਐਲੂਮੀਨੀਅਮ, ਮੈਗਨੀਜ਼ ਆਦਿ ਤੱਤ ਮਿਲਦੇ ਹਨ ਅਤੇ ਫਸਲਾਂ ਵਿੱਚ ਚਾਹ, ਕੌਫੀ, ਰਬੜ ਅਤੇ ਨਾਰੀਅਲ ਦੀ ਖੇਤੀ ਕੀਤੀ ਜਾਂਦੀ ਹੈ। ਵਿਦਿਆਰਥੀਓ, ਇਸ ਮਿੱਟੀ ਦੇ ਨਾਲ ਸਾਨੂੰ ਕੁਝ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਸਮੱਸਿਆ ਮਿੱਟੀ ਦਾ ਖੁਰ ਜਾਣਾ। ਮਿੱਟੀ ਦੇ ਖੁਰਨ ਦੀ ਸਮੱਸਿਆ ਆਮ ਮਿਲਦੀ ਹੈ। ਵਗਦਾ ਹੋਇਆ ਪਾਣੀ, ਬਰਸਾਤ ਵਿੱਚ ਤੇਜ਼ ਵਗਦਾ ਪਾਣੀ ਆਪਣੇ ਨਾਲ ਮਿੱਟੀ ਦੀ ਉੱਪਰਲੀ ਉਪਜਾਊ ਪਰਤ ਨੂੰ ਰੋੜ ਕੇ ਲੈ ਜਾਂਦਾ ਹੈ, ਜਿਸ ਨਾਲ ਉੱਪਰਲੀ ਉਪਜਾਊ ਪਰਤ ਜਿਸ ਵਿੱਚ ਫਸਲਾਂ ਪੈਦਾ ਕੀਤੀਆਂ ਜਾਂਦੀਆਂ ਹਨ ਉਹ ਰੁੜ ਜਾਂਦੀ ਹੈ। ਮਿੱਟੀ ਦੇ ਖੁਰਨ ਨਾਲ ਉਪਜਾਊ ਸ਼ਕਤੀ ਵਿੱਚ ਕਮੀ ਆਉਂਦੀ ਹੈ। ਇਸ ਦੇ ਨਾਲ ਨਾਲ ਦੂਸਰੀ ਸਮੱਸਿਆ ਮਿੱਟੀ ਦੀ ਉਪਜਾਊ ਸ਼ਕਤੀ ਦਾ ਘੱਟ ਹੋਣਾ। ਸਾਰੇ ਭਾਰਤ ਵਿੱਚ ਮਿਲਣ ਵਾਲੀਆਂ ਸਾਰੀਆਂ ਮਿੱਟੀਆਂ ਦੀ ਉਪਜਾਊ ਸ਼ਕਤੀ ਬਰਾਬਰ ਨਹੀਂ ਹੈ। ਉੱਤਰ ਦੇ ਮੈਦਾਨਾਂ ਦੀਆਂ ਮਿੱਟੀਆਂ ਉਪਜਾਊ ਹਨ ਤੇ ਪ੍ਰਾਇਦੀਪੀय ਪਠਾਰ ਦੀ ਮਿੱਟੀ ਉਨੀ ਉਪਜਾਊ ਨਹੀਂ ਹੈ। ਇਸ ਦੀ ਉਪਜਾਊ ਸ਼ਕਤੀ ਨੂੰ ਬਣਾਏ ਰੱਖਣ ਲਈ ਸਾਨੂੰ ਖਾਦਾਂ ਦੀ ਵਰਤੋਂ ਕਰਨੀ ਪੈਂਦੀ ਹੈ। ਮਿੱਟੀ ਦਾ ਰੇਤਲੇਪਨ ਦੀ ਸਮੱਸਿਆ ਵੀ ਸਾਨੂੰ ਦੇਖਣ ਵਿੱਚ ਮਿਲਦੀ ਹੈ। ਰੇਤਲੀ ਮਿੱਟੀ ਵਿੱਚ ਹਰ ਤਰ੍ਹਾਂ ਦੀ ਫਸਲ ਪੈਦਾ ਨਹੀਂ ਕੀਤੀ ਜਾ ਸਕਦੀ, ਜਿਸ ਕਾਰਨ ਸਾਨੂੰ ਰੇਤਲੀ ਮਿੱਟੀ ਨੂੰ ਉਪਜਾਊ ਬਣਾਏ ਰੱਖਣ ਵਾਸਤੇ ਉੱਥੇ ਵੇਲਦਾਰ ਫਸਲਾਂ, ਜਿਹੜੀਆਂ ਫਸਲ ਦੇਣ ਤੋਂ ਬਾਅਦ ਜ਼ਮੀਨ ਵਿੱਚ ਹੀ ਗਲ ਕੇ ਉਸ ਦੀ ਉਪਜਾਊ ਸ਼ਕਤੀ ਨੂੰ ਵਧਾ ਸਕਣ ਦੀ ਵਰਤੋਂ ਵੱਧ ਕਰਨੀ ਪੈਂਦੀ ਹੈ। ਮਿੱਟੀ ਨਾਲ ਸੇਮ ਦੀ ਸਮੱਸਿਆ ਵੀ ਤੰਗ ਕਰਦੀ ਹੈ। ਮਿੱਟੀਆਂ ਵਿੱਚ ਤੇਜ਼ਾਬੀ ਅਤੇ ਖਾਰਾਪਣ ਵੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਘੱਟ ਕਰਦਾ ਹੈ ਅਤੇ ਅੱਜ ਦੀ ਸਮੱਸਿਆ ਵਿੱਚ ਮਿੱਟੀ ਦੀ ਸਮਰੱਥਾ ਤੋਂ ਵੱਧ ਉਸ ਦੀ ਵਰਤੋਂ ਹੋਣਾ ਹੈ। ਅਸੀਂ ਅੱਜ ਇੱਕ ਤੋਂ ਬਾਅਦ ਦੂਸਰੀ ਫਸਲ ਨੂੰ ਜਲਦੀ ਪ੍ਰਾਪਤ ਕਰਨ ਵਾਸਤੇ ਮਿੱਟੀ ਦੇ ਉੱਪਰ ਬੋਝ ਪਾ ਰਹੇ ਹਾਂ। ਮਿੱਟੀ ਨੂੰ ਆਪਣੀ ਉਪਜਾਊ ਸ਼ਕਤੀ ਪ੍ਰਾਪਤ ਕਰਨ ਲਈ ਅਸੀਂ ਖਾਲੀ ਨਹੀਂ ਛੱਡਦੇ। ਇੱਕ ਫਸਲ ਦੀ ਕਟਾਈ ਹੋਣ ਤੋਂ ਬਾਅਦ ਹੀ ਦੂਸਰੀ ਫਸਲ ਦੀ ਬੁਆਈ ਆਰੰਭ ਹੋ ਜਾਂਦੀ ਹੈ। ਇਸ ਨਾਲ ਮਿੱਟੀ ਦੀ ਉਪਜਾਊ ਸਮਰੱਥਾ ਬਹੁਤ ਜ਼ਿਆਦਾ ਘਟ ਰਹੀ ਹੈ। ਵਿਦਿਆਰਥੀਓ, ਅਸੀਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰੱਖਣ ਵਾਸਤੇ ਇਸ ਦੀ ਸਮੱਸਿਆ ਨੂੰ ਦੂਰ ਕਰਨ ਵਾਸਤੇ ਉਪਰਾਲੇ ਕਰਨੇ ਹਨ। ਮਿੱਟੀ ਦੀ ਸਾਂਭ ਸੰਭਾਲ ਆਪਾਂ ਕਿਵੇਂ ਕਰ ਸਕਦੇ ਹਾਂ? ਅਸੀਂ ਮਿੱਟੀ ਦੀ ਸੰਜਮ ਨਾਲ ਵਰਤੋਂ ਕਰਨੀ ਹੈ। ਫਸਲਾਂ ਬਾਰ-ਬਾਰ ਫਸਲੀ ਚੱਕਰ ਨੂੰ ਤੇਜ਼ ਨਹੀਂ ਕਰਨਾ ਹੈ। ਦਰਖਤ ਲਗਾ ਕੇ ਮਿੱਟੀ ਨੂੰ ਖੁਰਨ ਤੋਂ ਬਚਾਉਣਾ ਹੈ। ਜਿੱਥੇ ਮਿੱਟੀ ਪੋਲੀ ਹੈ ਉੱਥੇ ਪਾਣੀ ਦੁਆਰਾ ਜਾਂ ਹਵਾ ਦੁਆਰਾ ਇੱਕ ਥਾਂ ਤੋਂ ਰੋੜ ਕੇ ਦੂਸਰੇ ਥਾਂ ਤੇ ਜਮ੍ਹਾਂ ਕਰ ਦਿੱਤੀ ਜਾਂਦੀ ਹੈ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਫਰਕ ਪੈਂਦਾ ਹੈ। ਅਸੀਂ ਦਰਖਤ ਲਗਾ ਕੇ ਅਤੇ ਖਾਲੀ ਪਈ ਜ਼ਮੀਨ ਦੇ ਉੱਪਰ ਵਨਸਪਤੀ ਉਗਾ ਕੇ ਮਿੱਟੀ ਨੂੰ ਖੁਰਨ ਤੋਂ ਬਚਾ ਸਕਦੇ ਹਾਂ। ਬਰਸਾਤ ਦੇ ਦਿਨਾਂ ਵਿੱਚ ਤੁਸੀਂ ਕੱਚੇ ਬੰਨ, ਜਿਸ ਨੂੰ ਅਸੀਂ ਤੁਸੀਂ ਬੰਨ ਕਹਿੰਦੇ ਹਾਂ, ਵੇਖੇ ਹੋਣੇ ਹਨ। ਜਿੱਥੇ ਬੰਨ ਉੱਪਰ ਵਨਸਪਤੀ ਨਹੀਂ ਹੁੰਦੀ, ਪਾਣੀ ਉੱਥੋਂ ਮਿੱਟੀ ਨੂੰ ਜਲਦੀ ਰੋੜ ਕੇ ਪਾੜ ਪਾ ਦਿੰਦਾ ਹੈ। ਇਸ ਕਰਕੇ ਸਾਨੂੰ ਮਿੱਟੀ ਨੂੰ ਖਾਲੀ ਛੱਡਣ ਦੀ ਬਜਾਏ ਉਸ ਉੱਪਰ ਦਰਖਤ ਲਗਾ ਕੇ ਉਸ ਦੀ ਪਕੜ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਵਾਧੂ ਪਾਣੀ ਦਾ ਨਿਕਾਸ ਕਰਕੇ ਸੇਮ ਤੋਂ ਵੀ ਨਿਜਾਤ ਪਾਉਣੀ ਚਾਹੀਦੀ ਹੈ। ਜਿੱਥੇ ਪਾਣੀ ਜ਼ਿਆਦਾ ਖੜਾ ਰਹਿੰਦਾ ਹੈ ਉੱਥੋਂ ਅਸੀਂ ਉਸ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਕੇ ਮਿੱਟੀ ਦੀ ਸੇਮ ਦੀ ਸਮੱਸਿਆ ਦਾ ਹੱਲ ਕਰ ਸਕਦੇ ਹਾਂ। ਹੜ੍ਹਾਂ ਨੂੰ ਨਦੀਆਂ ਤੇ ਬੰਨ੍ਹ ਲਾ ਕੇ ਰੋਕਣਾ ਚਾਹੀਦਾ ਹੈ, ਜਿਸ ਨਾਲ ਪਾਣੀ ਪੂਰੇ ਵੇਗ ਨਾਲ ਨਾ ਆਵੇ ਅਤੇ ਮਿੱਟੀ ਦੇ ਕਟਾਵ ਨੂੰ ਘੱਟ ਤੋਂ ਘੱਟ ਕਰੇ। ਮਿੱਟੀ ਆਪਣੀ ਜਗ੍ਹਾ ਤੇ ਆਪਣੀ ਉਪਜਾਊ ਸ਼ਕਤੀ ਨੂੰ ਕਾਇਮ ਰੱਖੇ। ਸਾਨੂੰ ਖੇਤੀ ਕਰਨ ਲਈ ਸਹੀ ਢੰਗ ਤਰੀਕੇ ਵੀ ਵਰਤਣੇ ਚਾਹੀਦੇ ਹਨ, ਜਿਸ ਨਾਲ ਅਸੀਂ ਆਪਣੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾ ਕੇ ਰੱਖ ਸਕਦੇ ਹਾਂ। ਸਾਨੂੰ ਖੇਤੀ ਕਰਨ ਤੋਂ ਬਾਅਦ ਬਚੇ ਹੋਏ ਅੰਸ਼ ਨੂੰ ਜਲਾਉਣਾ ਨਹੀਂ ਚਾਹੀਦਾ। ਉਸ ਨਾਲ ਮਿੱਟੀ ਦੀ ਉੱਪਰਲੀ ਪਰਤ ਖਰਾਬ ਹੋ ਜਾਂਦੀ ਹੈ, ਉਸ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ। ਸਾਨੂੰ ਉਸ ਬਚੀ ਹੋਈ ਨਾੜ ਨੂੰ ਜਾਂ ਖੇਤੀ ਦੀ ਤੋਂ ਫਸਲ ਪ੍ਰਾਪਤ ਕਰਨ ਤੋਂ ਬਾਅਦ ਬਚੇ ਹੋਏ ਹਿੱਸੇ ਨੂੰ ਜ਼ਮੀਨ ਵਿੱਚ ਹੀ ਗਲਣ ਵਾਸਤੇ ਛੱਡ ਦੇਣਾ ਚਾਹੀਦਾ ਹੈ, ਜਿਸ ਨਾਲ ਸਾਡੀ ਮਿੱਟੀ ਦੀ ਉਪਜਾਊ ਸ਼ਕਤੀ ਵੱਧਦੀ ਹੈ। ਬੱਚਿਓ, ਅਗਲਾ ਸਾਧਨ ਆਪਣੇ ਕੋਲ ਪਾਣੀ ਸਾਧਨ। ਪਾਣੀ ਇੱਕ ਬਹੁਤ ਹੀ ਕੀਮਤੀ ਅਤੇ ਮਹੱਤਵਪੂਰਨ ਸਾਧਨ ਹੈ। ਧਰਤੀ ਉੱਪਰ ਜੇਕਰ ਜੀਵਨ ਹੈ ਤਾਂ ਇਸ ਪਾਣੀ ਦੀ ਹੋਂਦ ਕਰਕੇ ਹੈ। ਪਾਣੀ ਸਾਧਨ ਦਾ ਕੋਈ ਬਦਲਵਾਂ ਹੱਲ ਨਹੀਂ ਹੈ। ਵਰਖਾ, ਦਰਿਆ, ਨਦੀਆਂ, ਨਹਿਰਾਂ, ਤਲਾਬ ਤੇ ਧਰਤੀ ਹੇਠਲਾ ਪਾਣੀ ਦੇ ਮਹੱਤਵਪੂਰਨ ਸੋਮੇ ਹਨ। ਵਿਦਿਆਰਥੀਓ, ਇੱਕ ਵਾਰ ਫਿਰ ਕਿੱਥੋਂ ਸਾਨੂੰ ਪਾਣੀ ਪ੍ਰਾਪਤ ਹੁੰਦਾ ਹੈ? ਵਰਖਾ ਰਾਹੀਂ, ਦਰਿਆਵਾਂ ਰਾਹੀਂ, ਨਦੀਆਂ ਰਾਹੀਂ, ਨਹਿਰਾਂ ਰਾਹੀਂ, ਤਲਾਬ ਅਤੇ ਧਰਤੀ ਦੇ ਹੇਠਾਂ ਤੋਂ, ਜਿਹੜਾ ਅਸੀਂ ਟਿਊਬਲਾਂ ਰਾਹੀਂ ਅਤੇ ਨਲਕਿਆਂ ਰਾਹੀਂ ਪ੍ਰਾਪਤ ਕਰਦੇ ਹਾਂ। ਪਾਣੀ ਦੇ ਸੋਮਿਆਂ ਦੀ ਦੁਹਰਾਈ ਕਰ ਲਓ। ਕਿੱਥੋਂ ਸਾਨੂੰ ਪਾਣੀ ਪ੍ਰਾਪਤ ਹੋਇਆ ਸੀ? ਵਰਖਾ ਤੋਂ ਪ੍ਰਾਪਤ ਹੋਇਆ ਸੀ, ਨਦੀਆਂ ਤੋਂ ਪ੍ਰਾਪਤ ਹੁੰਦਾ ਹੈਗਾ ਆ, ਨਹਿਰਾਂ ਰਾਹੀਂ ਵੀ ਪਾਣੀ ਮਿਲਦਾ ਹੈ, ਤਲਾਬਾਂ ਰਾਹੀਂ ਵੀ ਪਾਣੀ ਮਿਲਦਾ ਹੈ, ਜਿਹੜਾ ਬਰਸਾਤਾਂ ਵਿੱਚ ਜਮ੍ਹਾਂ ਹੋ ਜਾਂਦਾ ਹੈ ਅਤੇ ਲੋੜ ਪੈਣ ਤੇ ਉਸ ਦੀ ਆਪਾਂ ਵਰਤੋਂ ਕਰਦੇ ਹਾਂ। ਤੇ ਧਰਤੀ ਹੇਠਲਾ ਪਾਣੀ ਅਸੀਂ ਹਮੇਸ਼ਾ ਵਰਤਦੇ ਹਾਂ। ਸਾਡੇ ਪੀਣ ਵਾਸਤੇ ਅਤੇ ਰੋਜ਼ਮर्रा ਦੀ ਜ਼ਿੰਦਗੀ ਵਾਸਤੇ ਧਰਤੀ ਹੇਠਲਾ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪਾਣੀ ਦੀ ਪੂਰਤੀ ਦਾ ਮਹੱਤਵਪੂਰਨ ਸੋਮਾ ਵੱਡੇ ਪੱਧਰ ਤੇ ਵਰਖਾ ਹੈ। ਵਰਖਾ ਕਿਤੇ ਵੱਧ ਹੁੰਦੀ ਹੈ ਤੇ ਕਿਤੇ ਘੱਟ ਹੁੰਦੀ ਹੈ। ਜੇ ਭਾਰਤ ਦੀ ਗੱਲ ਕਰੀਏ, ਭਾਰਤ ਦੇ ਪੂਰਬੀ ਹਿੱਸਿਆਂ ਵਿੱਚ ਵਰਖਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਭਾਰਤ ਦੇ ਪੱਛਮੀ ਹਿੱਸੇ, ਰਾਜਸਥਾਨ ਦੇ ਖੁਸ਼ਕ ਇਲਾਕੇ ਹਨ ਜਿੱਥੇ ਵਰਖਾ ਬਹੁਤ ਘੱਟ ਹੁੰਦੀ ਹੈ। ਮਾਨਸੂਨੀ ਪੌੜਾਂ ਰਾਹੀਂ ਵਰਖਾ ਪੂਰੇ ਭਾਰਤ ਵਿੱਚ ਇੱਕ ਸਮਾਨ ਨਹੀਂ ਹੁੰਦੀ, ਜਿਹਦੇ ਨਾਲ ਹਰ ਜਗ੍ਹਾ ਪਾਣੀ ਬਰਾਬਰ ਮਾਤਰਾ ਵਿੱਚ ਨਹੀਂ ਮਿਲਦਾ। ਦਰਿਆ ਅਤੇ ਨਦੀਆਂ ਨੇ ਮਨੁੱਖ ਦੇ ਵਿਕਾਸ ਵਿੱਚ ਸ਼ੁਰੂ ਤੋਂ ਹੀ ਬਹੁਤ ਯੋਗਦਾਨ ਪਾਇਆ ਹੈ। ਜਿਵੇਂ ਸਾਨੂੰ ਪਤਾ ਹੈ ਕਿ ਪੁਰਾਣੀ ਸੱਭਿਅਤਾਵਾਂ ਨਦੀਆਂ ਦੇ ਕੰਢਿਆਂ ਤੇ ਹੀ ਬਸੀਆਂ ਸਨ। ਸਿੰਧ ਘਾਟੀ ਦੀ ਸੱਭਿਅਤਾ ਆਪਾਂ ਪੜ੍ਹਦੇ ਹਾਂ। ਇਸ ਤੋਂ ਇਲਾਵਾ ਦਜਲਾ ਫਰਾਤ ਦੀ ਸੱਭਿਅਤਾ, ਇਹ ਸਭ ਸੱਭਿਅਤਾਵਾਂ ਨਦੀਆਂ ਦੇ ਕੰਢਿਆਂ ਤੇ ਹੀ ਵਿਕਸਿਤ ਹੋਈਆਂ। ਮਨੁੱਖ ਨੇ ਦਰਿਆਵਾਂ ਦੇ ਕੰਢਿਆਂ ਤੇ ਆਪਣੇ ਨਿਵਾਸ ਬਣਾ ਕੇ ਆਪਣੀ ਲੋੜਾਂ ਦੀ ਪੂਰਤੀ ਕੀਤੀ। ਖੇਤੀ ਵਾਸਤੇ ਵੀ ਉਹਨੂੰ ਪਾਣੀ ਆਸਾਨੀ ਨਾਲ ਮਿਲ ਜਾਂਦਾ ਸੀ ਤੇ ਆਪਣੀਆਂ ਲੋੜਾਂ ਵੀ ਉਹ ਆਸਾਨੀ ਨਾਲ ਪੂਰੀਆਂ ਕਰ ਲੈਂਦਾ ਸੀ। ਇਹਨਾਂ ਦਰਿਆਵਾਂ ਜਾਂ ਨਦੀਆਂ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ: ਸਾਰਾ ਸਾਲ ਚੱਲਣ ਵਾਲੇ ਦਰਿਆ ਅਤੇ ਮੌਸਮੀ ਦਰਿਆ। ਵਿਦਿਆਰਥੀਓ, ਜਿਹੜਾ ਦਰਿਆਵਾਂ ਦਾ ਸਰੋਤ ਗਲੇਸ਼ੀਅਰ ਹਨ, ਭਾਵ ਉੱਚੇ ਪਹਾੜ ਹਨ ਜਿੱਥੇ ਹਮੇਸ਼ਾ ਬਰਫ਼ ਜੰਮੀ ਰਹਿੰਦੀ ਹੈ, ਉਹਨਾਂ ਦਰਿਆਵਾਂ ਵਿੱਚ
ਪਾਣੀ ਸਾਨੂੰ ਸਾਰਾ ਸਾਲ ਵੇਖਣ ਵਿੱਚ ਮਿਲਦਾ ਹੈ। ਗਰਮੀਆਂ ਵਿੱਚ ਬਰਫ਼ ਪਿਘਲਣ ਨਾਲ ਇਹਨਾਂ ਨਦੀਆਂ ਦੇ ਵਿੱਚ ਪਾਣੀ ਆ ਜਾਂਦਾ ਹੈ। ਇਸ ਦੇ ਉਲਟ ਮੌਸਮੀ ਦਰਿਆਵਾਂ ਵਿੱਚ ਸਿਰਫ ਬਰਸਾਤਾਂ ਵਿੱਚ ਹੀ ਪਾਣੀ ਦੇਖਣ ਵਾਸਤੇ ਮਿਲਦਾ ਹੈ। ਬਰਸਾਤ ਤੋਂ ਬਾਅਦ ਇਹ ਦਰਿਆ ਜ਼ਿਆਦਾਤਰ ਸੁੱਕੇ ਰਹਿੰਦੇ ਹਨ। ਦਰਿਆਵਾਂ ਤੋਂ ਇਲਾਵਾ ਨਹਿਰਾਂ ਵੀ ਸਾਡੇ ਖੇਤਰਾਂ ਤੱਕ ਪਾਣੀ ਪਹੁੰਚਾਉਂਦੀਆਂ ਹਨ। ਮਨੁੱਖ ਨੇ ਨਦੀਆਂ ਅਤੇ ਦਰਿਆਵਾਂ ਦਾ ਨਿਰਮਾਣ ਕੀਤਾ। ਇਹਨਾਂ ਨੂੰ ਸਿੰਚਾਈ ਅਤੇ ਮਨੁੱਖ ਨੇ ਹੋਰ ਕੰਮਾਂ ਲਈ ਵੀ ਵਰਤਿਆ। ਭਾਵ ਇਹ ਨਹਿਰਾਂ ਕਿਸੇ ਵੱਡੇ ਦਰਿਆ ਵਿੱਚੋਂ ਜਾਂ ਦਰਿਆ ਉੱਪਰ ਬਣੇ ਹੋਏ ਬੰਨ੍ਹ ਤੋਂ ਨਿਕਲਦੀਆਂ ਹਨ ਅਤੇ ਮਨੁੱਖ ਨੇ ਜਿਨ੍ਹਾਂ ਖੇਤਰਾਂ ਵਿੱਚ ਪਾਣੀ ਦੀ ਕਮੀ ਸੀ ਉਹਨਾਂ ਖੇਤਰਾਂ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਵਾਸਤੇ ਇਹਨਾਂ ਨਹਿਰਾਂ ਦੀ ਵਰਤੋਂ ਕੀਤੀ। ਸਾਡੇ ਪਿੰਡ ਲਾਗੇ ਵੀ ਕੋਈ ਛੋਟਾ ਸੂਆ ਜਾਂ ਨਹਿਰ ਆਪਾਂ ਦੇਖ ਸਕਦੇ ਹਾਂ ਜਿਹੜੀ ਸਾਨੂੰ ਗਰਮੀਆਂ ਦੇ ਵਿੱਚ ਪਾਣੀ ਦਿੰਦੀ ਹੈ। ਇਹਨਾਂ ਨਹਿਰਾਂ ਦੇ ਨਾਲ ਖੇਤੀਬਾੜੀ ਦੀ ਨੁਹਾਰ ਹੀ ਬਦਲ ਗਈ। ਜਿੱਥੇ ਪਾਣੀ ਨਹੀਂ ਮਿਲਦਾ ਸੀ ਉੱਥੇ ਇਹਨਾਂ ਨਹਿਰਾਂ ਦੁਆਰਾ ਪਾਣੀ ਪਹੁੰਚਾਇਆ ਗਿਆ ਅਤੇ ਜਿਸ ਨਾਲ ਖੇਤੀਬਾੜੀ ਕੀਤੀ ਗਈ। ਵਿਦਿਆਰਥੀਓ, ਤਲਾਬ ਵੀ ਸਾਡੀ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ। ਜ਼ਿਆਦਾਤਰ ਉਹਨਾਂ ਇਲਾਕਿਆਂ ਵਿੱਚ ਤਲਾਬ ਮਿਲਦੇ ਆ ਜਿੱਥੇ ਸਾਰਾ ਸਾਲ ਚੱਲਣ ਵਾਲੇ ਦਰਿਆ ਅਤੇ ਨਦੀਆਂ ਦੀ ਕਮੀ ਹੁੰਦੀ ਹੈ। ਲੋਕ ਵਰਖਾ ਦੇ ਪਾਣੀ ਨੂੰ ਤਲਾਬਾਂ ਵਿੱਚ ਇਕੱਠਾ ਕਰ ਲੈਂਦੇ ਹਨ ਅਤੇ ਲੋੜ ਅਨੁਸਾਰ ਵਰਤਦੇ ਹਨ। ਦੱਖਣੀ ਭਾਰਤ ਵਿੱਚ ਤਲਾਬ ਲੋਕਾਂ ਲਈ ਬਹੁਤ ਵੱਡਾ ਜਲ ਸਾਧਨ ਹਨ। ਉੱਤਰੀ ਭਾਰਤ ਵਿੱਚ ਨਦੀਆਂ ਅਤੇ ਉਹਨਾਂ ਨਦੀਆਂ ਤੋਂ ਕੱਢੀਆਂ ਹੋਈਆਂ ਨਹਿਰਾਂ ਰਾਹੀਂ ਸਿੰਚਾਈ ਕੀਤੀ ਜਾਂਦੀ ਹੈ ਜਾਂ ਪਾਣੀ ਉਹਨਾਂ ਖੇਤਰਾਂ ਤੱਕ ਪਹੁੰਚਾਇਆ ਜਾਂਦਾ ਹੈ ਜਿੱਥੇ ਪਾਣੀ ਆਸਾਨੀ ਨਾਲ ਨਹੀਂ ਮਿਲਦਾ। ਪਰ ਦੱਖਣੀ ਭਾਰਤ ਵਿੱਚ ਪ੍ਰਾਇਦੀਪੀय ਪਠਾਰ ਜੋ ਇੱਕ ਸਖਤ ਜ਼ਮੀਨ ਹੈ ਉੱਥੇ ਤਲਾਬਾਂ ਰਾਹੀਂ ਲੋਕਾਂ ਨੂੰ ਪਾਣੀ ਮਿਲਦਾ ਹੈ। ਇਹਨਾਂ ਤਲਾਬਾਂ ਵਿੱਚ ਵਰਖਾ ਦੇ ਸਮੇਂ ਦੌਰਾਨ ਪਾਣੀ ਇਕੱਠਾ ਕਰ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਲੋੜ ਪੈਣ 'ਤੇ ਉਸ ਦੀ ਵਰਤੋਂ ਕੀਤੀ ਜਾਂਦੀ ਹੈ। ਵਿਦਿਆਰਥੀਓ, ਧਰਤੀ ਹੇਠਲਾ ਪਾਣੀ ਜਾਂ ਜ਼ਮੀਨ ਦੇ ਹੇਠਲਾ ਪਾਣੀ ਜੋ ਅਸੀਂ ਆਪਣੇ ਘਰਾਂ ਵਿੱਚ ਨਲਕਿਆਂ ਰਾਹੀਂ ਜਾਂ ਟਿਊਬਲਾਂ ਰਾਹੀਂ ਜਾਂ ਖੂਹਾਂ ਦੁਆਰਾ ਕੱਢਦੇ ਹਾਂ ਉਸ ਨੂੰ ਕਿਹਾ ਜਾਂਦਾ ਹੈ। ਇੱਕ ਵਾਰ ਫਿਰ ਇਹ ਖੂਹ ਜਾਂ ਟਿਊਬਲ ਦੁਆਰਾ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਇਹ ਪਾਣੀ ਮੁੱਖ ਤੌਰ 'ਤੇ ਪੀਣ ਜਾਂ ਸਿੰਚਾਈ ਦੇ ਕੰਮ ਆਉਂਦਾ ਹੈ। ਵਿਦਿਆਰਥੀਓ, ਧਰਤੀ ਉੱਪਰ 71% ਪਾਣੀ ਹੋਣ ਦੇ ਬਾਵਜੂਦ ਵੀ ਸਾਡਾ ਪੀਣ ਯੋਗ ਪਾਣੀ ਬਹੁਤ ਘੱਟ ਹੈ। ਸਾਨੂੰ ਇਸ ਧਰਤੀ ਹੇਠਲੇ ਪਾਣੀ ਦਾ ਬਹੁਤ ਸੰਭਾਲ ਕੇ ਵਰਤੋਂ ਕਰਨੀ ਚਾਹੀਦੀ ਹੈ। ਇਹ ਪਾਣੀ ਮੁੱਖ ਤੌਰ 'ਤੇ ਪੀਣ ਦੇ ਜਾਂ ਸਿੰਚਾਈ ਦੇ ਕੰਮ ਆਉਂਦਾ ਹੈ। ਜ਼ਮੀਨ ਹੇਠਲਾ ਪਾਣੀ ਧਰਤੀ ਦੇ ਹੇਠਾਂ ਚਟਾਨਾਂ ਦੀ ਬਣਤਰ ਅਤੇ ਉਸ ਇਲਾਕੇ ਵਿੱਚ ਵਰਖਾ ਦੀ ਮਾਤਰਾ 'ਤੇ ਨਿਰਭਰ ਕਰਦਾ ਹੈ। ਵਿਦਿਆਰਥੀਓ, ਅੱਜ ਕੱਲ੍ਹ ਜਿਵੇਂ ਅਸੀਂ ਦੇਖ ਰਹੇ ਹਾਂ ਇਸ ਧਰਤੀ ਹੇਠਲਾ ਪਾਣੀ ਹੌਲੀ ਹੌਲੀ ਹੋਰ ਡੂੰਘਾ ਹੋਈ ਜਾ ਰਿਹਾ ਹੈ। ਇਸ ਦੀ ਉਦਾਹਰਨ ਤੁਸੀਂ ਆਪਣੇ ਪਿੰਡ ਵਿੱਚ ਲੱਗੇ ਹੋਏ ਟਿਊਬਲ ਦੇਖ ਕੇ ਲੈ ਸਕਦੇ ਹੋ ਜਿਨ੍ਹਾਂ ਨੂੰ ਹਰ ਸਾਲ ਹੋਰ ਡੂੰਘੇ ਕਰਨਾ ਪੈ ਰਿਹਾ ਹੈ ਤਾਂ ਜੋ ਜ਼ਮੀਨ ਹੇਠਾਂ ਤੋਂ ਪਾਣੀ ਕੱਢਿਆ ਜਾ ਸਕੇ। ਸਾਨੂੰ ਇਸ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਵਿਦਿਆਰਥੀਓ, ਇਹ ਪਾਣੀ ਸਾਡੀ ਰੋਜ਼ਮर्रा ਦੀ
ਜ਼ਿੰਦਗੀ ਹਨ। ਇਹਨਾਂ ਦੀ ਵਰਤੋਂ ਸਾਨੂੰ ਬਹੁਤ ਸੰਭਾਲ ਕੇ ਕਰਨੀ ਚਾਹੀਦੀ ਹੈ। ਸਾਡੇ ਸਕੂਲ ਵਿੱਚ ਜੇ ਕੋਈ ਟੂਟੀ ਪਾਣੀ ਦੀ ਖੁੱਲ੍ਹੀ ਚੱਲ ਰਹੀ ਹੈ ਤੇ ਸਾਨੂੰ ਉਸ ਨੂੰ ਬੰਦ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਵੀ ਜੇਕਰ ਕਿਤੇ ਪਾਣੀ ਖਰਾਬ ਹੋ ਰਿਹਾ ਹੈ, ਗੰਦਾ ਹੋ ਰਿਹਾ ਹੈ ਜਾਂ ਅਜਾਂ ਹੀ ਵਗ ਰਿਹਾ ਹੈ ਤਾਂ ਅਸੀਂ ਉਸ ਪਾਣੀ ਨੂੰ ਬਚਾਉਣ ਵਾਸਤੇ ਜੋ ਉਪਰਾਲਾ ਕਰ ਸਕਦੇ ਹਾਂ ਜਾਂ ਆਪਣੇ ਵੱਡਿਆਂ ਦੀ ਮਦਦ ਲੈ ਕੇ ਉਸ ਨੂੰ ਬਚਾਉਣ ਲਈ ਕੋਸ਼ਿਸ਼ ਕਰ ਸਕਦੇ ਹਾਂ ਤੇ ਸਾਨੂੰ ਉਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਵਿਦਿਆਰਥੀਓ, ਤੁਸੀਂ ਮਿੱਟੀ ਸਾਧਨ ਅਤੇ ਪਾਣੀ ਸਾਧਨ ਆਪਣੀ ਪਾਠ ਪੁਸਤਕ ਦੇ ਵਿੱਚੋਂ ਦੇਖ ਕੇ ਇਸ ਦੀ ਦੁਹਰਾਈ ਜ਼ਰੂਰ ਕਰਿਓ। ਧੰਨਵਾਦ।